ਸਤਿ ਸ਼੍ਰੀ ਅਕਾਲ। ਇੰਡੀਅਨ ਕ੍ਰਿਕਟ ਵਿੱਚ ਇੱਕ ਹੋਰ ਭੁਚਾਲ ਕਹਿ ਲੋ ਬੰਦਾ ਮੈਨੂੰ ਨਜ਼ਰ ਆ ਰਿਹਾ। ਇਸ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਕਿ ਵਿਰਾਟ ਕੋਹਲੀ ਨੂੰ ਕਿਸ ਤਰ੍ਹਾਂ ਕਪਤਾਨੀ ਤੋਂ ਹਟਾਇਆ ਗਿਆ। ਉਹ ਤਰੀਕਾ ਜਿਹੜਾ ਹੈ ਉਹ ਬੜਾ ਹੀ ਮੋਰਲ ਡਾਊਨ ਕਰਨ ਵਾਲਾ ਹੈ, ਨਾ ਸਿਰਫ ਵਿਰਾਟ ਦਾ ਲੇਕਿਨ ਬਾਕੀ ਪਲੇਅਰਸ ਦਾ ਵੀ। ਹੁਣ ਵ੍ਰਿਧੀਮਾਨ ਸਾਹਾ ਨੂੰ ਲੈ ਕੇ ਜਿਹੜਾ ਸਭ ਕੁਝ ਹੋਇਆ, ਮੈਂ ਸੋਚਿਆ ਅੱਜ ਉਹਦੀ ਗੱਲ ਕਰੀਏ। ਪਹਿਲਾਂ ਤਾਂ ਚੀਫ ਸਿਲੈਕਟਰ ਚੇਤਨ ਸ਼ਰਮਾ, ਜਿਹੜੇ ਖੁਦ ਇੱਕ ਦਿੱਗਜ ਕ੍ਰਿਕਟਰ ਰਹਿ ਚੁੱਕੇ ਨੇ ਟੀਮ ਦੇ, ਉਹਨਾਂ ਨੇ ਕਿਹਾ ਕਿ ਇਹ ਸਾਹਾ ਲਈ ਐਂਡ ਆਫ ਦਾ ਰੋਡ ਨਹੀਂ ਹੈ। ਬੇਸਿਕਲੀ ਆਉਣ ਵਾਲੀ ਅਗਲੀ ਜਿਹੜੀ ਕ੍ਰਿਕਟ ਸੀਰੀਜ਼ ਇੰਡੀਆ ਖੇਡਣ ਵਾਲੀ ਹੈ, ਉਹਦੇ ਵਿੱਚ ਕੁਝ ਵੱਡੇ ਨਾਮ ਸ਼ਾਮਿਲ ਨਹੀਂ ਕੀਤੇ ਗਏ। ਅਜਿੰਕਿਆ ਰਹਾਣੇ ਤੇ ਚੇਤੇਸ਼ਵਰ ਪੁਜਾਰਾ, ਉਹਨਾਂ ਨੂੰ ਤਾਂ ਇਹ ਕਿਹਾ ਗਿਆ ਕਿ ਤੁਸੀਂ ਰਾਂਝੀ ਟਰੋਫੀ ਖੇਲੋ, ਫਾਰਮ ਵਿੱਚ ਵਾਪਸ ਆਓ, ਅਸੀਂ ਤੁਹਾਨੂੰ ਫੇਰ ਕੰਸੀਡਰ ਕਰਾਂਗੇ। ਇਸ਼ਾਂਤ ਸ਼ਰਮਾ ਨੂੰ ਵੀ ਡ੍ਰੌਪ ਕੀਤਾ ਹੈ। ਉਮਰ ਦਾ ਵੀ ਰੀਜ਼ਨ ਹੋ ਸਕਦਾ ਹੈ, ਬਾਕੀ ਬੋਲਰਸ ਅੱਛਾ ਕਰ ਰਹੇ ਉਹ ਵੀ ਹੋ ਸਕਦਾ ਹੈ, ਪਤਾ ਨਹੀਂ। ਲੇਕਿਨ ਵ੍ਰਿਧੀਮਾਨ ਸਾਹਾ ਨਾਲ ਜੋ ਹੋਇਆ ਉਹ ਬੜਾ ਹੀ ਗਲਤ ਦਿਖਦਾ ਨਜ਼ਰ ਆ ਰਿਹਾ। ਪਹਿਲਾਂ ਤਾਂ MS ਧੋਨੀ ਦੇ ਸਾਏ ਵਿੱਚ ਉਹ ਖੇਡਦੇ ਰਹੇ। ਜਦੋਂ ਧੋਨੀ ਰਿਟਾਇਰ ਹੋਏ ਤਾਂ ਲੱਗਿਆ ਕਿ ਹੁਣ ਵ੍ਰਿਧੀਮਾਨ ਸਾਹਾ ਦਾ ਟਾਈਮ ਆ ਗਿਆ। ਲੇਕਿਨ ਫਿਰ ਇੱਕ ਨਵਾਂ ਹੀਰੋ ਹੁਣ ਉੱਭਰ ਰਿਹਾ ਹੈ, ਕਹਿ ਲਓ ਉੱਭਰ ਚੁੱਕਾ ਹੈ, ਰਿਸ਼ਭ ਪੰਤ। ਉਹ ਉਹਦੀ ਜਗ੍ਹਾ ਲੈਂਦਾ ਨਜ਼ਰ ਆ ਰਿਹਾ। ਹੁਣ ਤੋਂ ਪਹਿਲਾਂ ਐਵੇਂ ਦੇਖਿਆ ਗਿਆ ਸੀਗਾ ਕਿ ਜਦੋਂ ਇੰਡੀਆ ਬਾਹਰ ਖੇਡਦੀ ਸੀ, ਬਾਹਰਲੇ ਮੁਲਕਾਂ 'ਚ, ਤਾਂ ਰਿਸ਼ਭ ਪੰਤ ਨੂੰ ਪ੍ਰੈਫਰ ਕੀਤਾ ਜਾਂਦਾ ਸੀਗਾ। ਲੇਕਿਨ ਇੰਡੀਆ ਵਿੱਚ ਜਿਹੜੀ ਸਪਿਨ ਫ੍ਰੈਂਡਲੀ ਜਾਂ ਟਰਨਿੰਗ ਟਰੈਕਸ ਹੁੰਦੇ ਨੇ, ਉਹਦੇ ਵਿੱਚ ਵ੍ਰਿਧੀਮਾਨ ਸਾਹਾ ਨੂੰ ਪ੍ਰੈਫਰ ਕੀਤਾ ਗਿਆ ਸੀਗਾ। ਲੇਕਿਨ ਹੁਣ ਅਗਲੀ ਸੀਰੀਜ਼ ਜੋ ਇੰਡੀਆ 'ਚ ਹੋਣ ਵਾਲੀ ਹੈ, ਉਹਦੇ 'ਚ ਉਹਨੂੰ ਡ੍ਰੌਪ ਕੀਤਾ ਗਿਆ। ਪਰ ਸਾਹਾ ਨੇ ਕਿਹਾ ਹੈ ਕਿ ਮੈਂ ਜਦੋਂ ਚੇਤਨ ਸ਼ਰਮਾ ਨੂੰ ਪੁੱਛਿਆ ਸੀਗਾ ਕਿ ਕੀ ਮੈਂ ਅੱਗੇ ਹੋਰ ਜਿਹੜੇ ਟੈਸਟ ਇੰਡੀਆ ਨੇ ਖੇਡਨੇ ਹੈ, ਇੰਗਲੈਂਡ 'ਚ ਹੋਣੇ ਅੱਗੇ ਜਾਂ ਬਾਹਰ ਜਿੰਨੇ ਵੀ, ਮੈਂ ਕਦੀ ਉੱਥੇ ਕੰਸੀਡਰ ਹੋਊਂਗਾ, ਤਾਂ ਵ੍ਰਿਧੀਮਾਨ ਸਾਹਾ ਦਾ ਇਹ ਕਹਿਣਾ ਹੈ ਕਿ ਚੇਤਨ ਸ਼ਰਮਾ ਨੇ ਮੈਨੂੰ ਕਿਹਾ ਸੀਗਾ ਕਿ ਹੁਣ ਤੋਂ ਮੈਂ ਕੰਸੀਡਰ ਹੀ ਨਹੀਂ ਕੀਤਾ ਜਾਊਂਗਾ। ਬੜਾ ਕਲੀਅਰ ਸਾਈਨ ਹੈ ਇਹਦੇ ਨਾਲ ਸਾਹਾ ਲਈ ਕਿ ਅੱਗੇ ਤੋਂ ਇੰਡੀਆ ਲਈ ਨਹੀਂ ਖੇਡੇ ਜਾਣਗੇ। ਪਰ ਸਾਹਾ ਇਹ ਕਹਿੰਦੇ ਹੈ ਕਿ ਹੁਣ ਤੋਂ ਸਿਰਫ 2-3 ਮਹੀਨੇ ਪਹਿਲਾਂ ਜਦੋਂ ਨਿਊਜ਼ੀਲੈਂਡ ਦੀ ਇੱਕ ਕਠਿਨ ਸੀਰੀਜ਼ ਸੀਗੀ, ਉਦੋਂ ਉਹਨਾਂ ਨੇ ਇੱਕ 61 ਰਨਸ ਦੀ ਜਿਹੜੀ ਪਾਰੀ ਖੇਲੀ ਸੀਗੀ, ਜਦੋਂ ਜ਼ਿਆਦਾਤਰ ਬੈਟਿੰਗ ਸਾਡੀ ਕੋਲੈਪਸ ਕਰ ਗਈ ਸੀ, ਤਾਂ BCCI ਦੇ ਪ੍ਰੈਜ਼ੀਡੈਂਟ ਸੌਰਵ ਗਾਂਗੁਲੀ ਨੇ ਉਹਨਾਂ ਨੂੰ WhatsApp ਮੈਸੇਜ ਕਰਕੇ ਕਿਹਾ ਸੀਗਾ ਕਿ ਜਦ ਤੱਕ ਮੈਂ BCCI ਵਿੱਚ ਹੈਗਾ, ਤੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ, ਤੂੰ ਟੀਮ 'ਚ ਰਹੇਗਾ। ਇਹੋ ਜਿਹਾ ਮੈਸੇਜ ਜਦੋਂ ਪ੍ਰੈਜ਼ੀਡੈਂਟ ਖੁਦ ਭੇਜਦਾ ਹੈ ਤਾਂ ਸਾਹਾ ਨੇ ਕਿਹਾ ਕਿ ਮੇਰਾ ਕੌਨਫੀਡੈਂਸ ਬੜਾ ਹਾਈ ਸੀਗਾ। ਲੇਕਿਨ ਹੁਣ ਮੈਂ ਸਟਰਗਲ ਕਰ ਰਿਹਾ ਸਮਝਣ 'ਚ ਕਿ 2 ਮਹੀਨੇ ਦੇ ਟਾਈਮ 'ਚ ਇਹ ਇੰਨਾ ਕੁਝ ਕਿਵੇਂ ਬਦਲ ਗਿਆ। ਖੈਰ, ਉਸ ਤੋਂ ਬਾਅਦ ਉਹਨੇ ਦੱਸਿਆ ਕਿ ਰਾਹੁਲ ਡਰਾਵਿਡ, ਜੋ ਇਸ ਵੇਲੇ ਹੈੱਡ ਕੋਚ ਨੇ ਇੰਡੀਅਨ ਟੀਮ ਦੇ, ਉਹਨਾਂ ਨੇ ਆਪਣੇ ਕਮਰੇ 'ਚ ਬੁਲਾ ਕੇ ਕਿਹਾ ਕਿ ਰਿਧੀਮਨ, ਮੈਨੂੰ ਨਹੀਂ ਪਤਾ ਇਹ ਤੈਨੂੰ ਮੈਂ ਕਿਵੇਂ ਦੱਸਾਂ, ਬਟ ਪਿਛਲੇ ਕੁਝ ਸਮੇਂ ਤੋਂ ਸਿਲੈਕਟਰਸ ਤੇ ਟੀਮ ਮੈਨੇਜਮੈਂਟ ਇਹ ਸੋਚ ਰਹੇ ਹੈ ਕਿ ਅਸੀਂ ਨਵੇਂ ਚਿਹਰੇ ਐਜ਼ ਵਿਕਟ ਕੀਪਰ ਦੇਖੀਏ, ਕਿਉਂਕਿ ਹੁਣ ਤੂੰ ਸਾਡੀ ਫਰਸਟ ਚੋਇਸ ਵਿਕਟ ਕੀਪਰ ਨਹੀਂ ਹੈ, ਤਾਂ ਇਸ ਕਰਕੇ ਅਸੀਂ ਇੱਕ ਯੰਗਰ ਵਿਕਟ ਕੀਪਰ ਨੂੰ ਗਰੂਮ ਕਰਨਾ ਚਾਹ ਰਹੇ ਹਾਂ। ਹੋਇਆ ਇਹ ਹੈ ਕਿ ਰਿਸ਼ਭ ਪੰਤ ਦੇ ਨਾਲ ਅਗਲੀ ਸੀਰੀਜ਼ ਵਿੱਚ KS ਭਰਤ, ਇੱਕ ਉੱਭਰਦੇ ਹੋਰ ਯੰਗ ਮੁੰਡੇ ਨੂੰ ਚਾਂਸ ਮਿਲਿਆ, ਲੇਕਿਨ ਵ੍ਰਿਧੀਮਾਨ ਸਾਹਾ ਡ੍ਰੌਪ ਹੋਏ ਨੇ। ਸ਼ੌਕ ਇਸ ਗੱਲ ਦਾ ਵੀ ਵ੍ਰਿਧੀਮਾਨ ਸਾਹਾ ਨੂੰ ਲੱਗਿਆ ਕਿ ਜਦੋਂ ਉਹਨੇ ਪੁੱਛਣਾ ਚਾਹਿਆ ਕਿ ਕਾਰਨ ਕੀ ਹੈ, ਮੇਰੀ ਫਿਟਨੈਸ, ਮੇਰਾ ਫਾਰਮ, ਮੇਰੀ ਪਰਫਾਰਮੈਂਸ, ਤਾਂ ਉਹਨਾਂ ਨੂੰ ਜਵਾਬ ਮਿਲਿਆ ਕਿ ਨਹੀਂ, ਫਿਟਨੈਸ ਤੇ ਪਰਫਾਰਮੈਂਸ ਅੱਛੇ ਹੈ, ਲੇਕਿਨ ਅਸੀਂ ਯੰਗ ਚਿਹਰਾ ਦੇਖ ਰਹੇ ਹਾਂ। ਸੋ ਬੜੀ ਕਲੀਅਰ ਗੱਲ ਹੈ ਕਿ ਏਜ ਇਜ਼ ਦੀ ਇਸ਼ੂ। ਸੋ ਇਸ ਕਰਕੇ ਹੀ ਸਾਹਾ ਨਾ ਖੁਸ਼ ਵੀ ਨੇ ਤੇ ਸ਼ੌਕਡ ਵੀ ਨੇ, ਕਿਉਂਕਿ ਰਾਹੁਲ ਡਰਾਵਿਡ ਨੇ ਕਹਿ ਕੇ ਉਹਨਾਂ ਨੂੰ ਇਹ ਵੀ ਕਿਹਾ ਕਿ ਕਿਉਂਕਿ ਹੁਣ ਤੂੰ ਅੱਗੇ ਕੰਸੀਡਰ ਨਹੀਂ ਹੋਏਗਾ, ਤਾਂ ਜੇ ਤੂੰ ਕੋਈ ਡਿਸੀਜਨ ਲੈਣਾ ਚਾਹਨਾ ਹੈ ਤਾਂ ਲੈ ਲਾ। ਸਾਹਾ ਕਹਿੰਦੇ ਆ ਕਿ ਮੈਂ ਨਾਲ ਦੀ ਨਾਲ ਹੀ ਦੱਸਤਾ ਸੀਗਾ ਡਰਾਵਿਡ ਨੂੰ ਕਿ ਮੈਂ ਰਿਟਾਇਰਮੈਂਟ ਬਾਰੇ ਨਹੀਂ ਸੋਚ ਰਿਹਾ, ਮੈਂ ਰਿਟਾਇਰਮੈਂਟ ਦੇ ਨੇੜੇ ਤੇੜੇ ਵੀ ਨਹੀਂ ਆ। ਵ੍ਰਿਧੀਮਾਨ ਸਾਹਾ ਨੇ ਰਾਹੁਲ ਡਰਾਵਿਡ ਨੂੰ ਕਿਹਾ ਕਿ ਮੈਂ ਕ੍ਰਿਕਟ ਤਾਂ ਹੀ ਖੇਡਣਾ ਸ਼ੁਰੂ ਕੀਤਾ ਸੀਗਾ ਕਿਉਂਕਿ ਮੈਨੂੰ ਬਹੁਤ ਪਸੰਦ ਹੈ ਤੇ ਮੈਂ ਤਦ ਤੱਕ ਖੇਡਦਾ ਰਹੂੰਗਾ ਜਦ ਤੱਕ ਮੇਰੇ 'ਚ ਉਹ ਪੈਸ਼ਨ ਰਹੇਗਾ। ਖੈਰ, ਇਹ ਤਾਂ ਹੋ ਗਿਆ ਕਿ BCCI ਜਾਂ ਸਾਡੀ ਪੂਰੀ ਕ੍ਰਿਕਟ ਫ੍ਰੈਟਰਨਿਟੀ ਸਾਡੇ ਸਟਾਰਸ ਨੂੰ, ਸਾਡੇ ਅਚੀਵਰਸ ਨੂੰ ਕਿਵੇਂ ਟ੍ਰੀਟ ਕਰਦੀ ਹੈ, ਕਿਉਂਕਿ ਨਾ ਭੁੱਲੀਏ ਕਿ ਵ੍ਰਿਧੀਮਾਨ ਸਾਹਾ ਚਾਹੇ ਸੁਪਰਸਟਾਰ ਨਾ ਹੋਣ, ਲੇਕਿਨ ਇੱਕ ਇੰਪੋਰਟੈਂਟ ਸਟਾਰ ਰਹੇ ਨੇ। ਇੱਕ ਐਂਕਰ ਦਾ ਰੋਲ ਉਹਨੇ ਪਲੇ ਕੀਤਾ ਹੈ ਵਿਕਟ ਕੀਪਰ ਦੀ ਪੋਜੀਸ਼ਨ। ਜਦੋਂ ਵੀ ਇੰਡੀਆ ਨੂੰ ਲੋੜ ਪਈ ਤਾਂ ਉਹਨੇ ਬਹੁਤ ਅੱਛੀ ਕੰਟਰੀਬਿਊਸ਼ਨਸ ਦਿੱਤੀਆਂ ਨੇ। ਵਨ ਆਫ ਦਾ ਬੈਸਟ ਟੈਕਨੀਕਲੀ ਸਾਊਂਡ ਵਿਕਟ ਕੀਪਰਸ ਉਹ ਮੰਨੇ ਗਏ ਨੇ। ਧੋਨੀ ਬਹੁਤ ਕਮਾਲ ਦੇ ਬੈਟਸਮੈਨ, ਕੈਪਟਨ, ਵਿਕਟ ਕੀਪਰ ਸੀਗੇ, ਲੇਕਿਨ ਟੈਕਨੀਕ ਦੇ ਮਾਮਲੇ ਜਦੋਂ ਗੱਲ ਕੀਤੀ ਜਾਵੇ ਤਾਂ ਰਿਸ਼ਭ ਪੰਤ ਤੇ ਧੋਨੀ ਦੋਨਾਂ ਤੋਂ ਵ੍ਰਿਧੀਮਾਨ ਸਾਹਾ ਐਜ਼ ਅ ਵਿਕਟ ਕੀਪਰ ਬਹੁਤ ਅੱਗੇ ਰਹੇ ਹੈ। ਸ਼ਾਇਦ ਬੈਟਿੰਗ ਜਿਹੜੀ ਰਹੀ ਹੈ ਉਹਦੇ ਕਰਕੇ ਪਹਿਲਾਂ ਧੋਨੀ ਤੇ ਹੁਣ ਰਿਸ਼ਭ ਪੰਤ ਨੂੰ ਜ਼ਿਆਦਾ ਪ੍ਰੈਫਰ ਕੀਤਾ ਜਾ ਰਿਹਾ, ਲੇਕਿਨ ਟ੍ਰੀਟਮੈਂਟ ਸਾਡੇ ਪਲੇਅਰਸ ਦੀ ਇੰਨੀ ਜ਼ਿਆਦਾ ਪਪੂਲਰ ਗੇਮ ਦੀ, ਇੰਨੀ ਹਾਈ ਸਟੇਕਸ ਗੇਮ ਦੀ ਸ਼ਾਇਦ ਬੈਟਰ ਹੋਣੀ ਚਾਹੀਦੀ ਹੈ, ਜੋ ਅਸੀਂ ਵਿਰਾਟ ਕੋਹਲੀ ਦੇ ਟਾਈਮ ਤੇ ਵੀ ਡਿਸਕਸ ਕੀਤੀ ਸੀਗੀ। ਪਰ ਇਸ ਤੋਂ ਬਾਅਦ, ਇਹੋ ਜਿਹੀ ਟ੍ਰੀਟਮੈਂਟ ਤੋਂ ਬਾਅਦ ਸਾਡੇ ਕ੍ਰਿਕਟਰਸ ਨਾਲ ਜਰਨਲਿਸਟ ਜਾਂ ਮੀਡੀਆ ਕਿਵੇਂ ਦਾ ਵਰਤਾਵ ਕਰ ਰਹੀ ਹੈ, ਉਹਦੀ ਵੀ ਅਖੀਰ 'ਚ ਗੱਲ ਕਰ ਲਈਏ।
ਪ੍ਰੈਸ ਕਾਨਫਰੰਸਿਸ ਤੇ ਕੀ ਹੁੰਦਾ ਹੈ, ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹੈ, ਟੀਮ 'ਚ ਚੰਗਾ ਭਲਾ ਮਾਹੌਲ ਹੁੰਦਾ ਹੈ, ਫੁੱਟ ਦੀ ਗੱਲ ਬਾਰ-ਬਾਰ ਕੀਤੀ ਜਾਂਦੀ ਹੈ, ਕੋਹਲੀ ਰੋਹਿਤ ਦੀ ਹੋਈ ਹੈ, ਵਧੀਆ ਜਵਾਬ ਮਿਲ ਜਾਂਦੇ ਮੈਨੂੰ ਲੱਗਦਾ ਰੋਹਿਤ ਵੱਲੋਂ ਖਾਸ ਕਰਕੇ। ਲੇਕਿਨ ਹੁਣ ਜੋ ਸਾਹਾ ਨਾਲ ਹੋਇਆ, ਉਹਨੇ ਆਪਣੀ ਇੱਕ WhatsApp ਕਨਵਰਸੇਸ਼ਨ ਜਿਹੜੀ ਸ਼ੇਅਰ ਕੀਤੀ ਹੈ ਉਹ ਬਹੁਤ ਹੀ ਸ਼ੌਕਿੰਗ ਹੈ। ਸੋ ਉਸ WhatsApp ਕਨਵਰਸੇਸ਼ਨ ਜਿਹੜੀ ਤੁਸੀਂ ਹੁਣੇ ਦੇਖੋਗੇ, ਜਿਹੜੀ ਟਵਿੱਟਰ ਤੇ ਸਾਹਾ ਨੇ ਆਪ ਸ਼ੇਅਰ ਕੀਤੀ, ਉਹਦੇ ਵਿੱਚ ਦਿਖ ਰਿਹਾ ਹੈ ਕਿ ਇੱਕ ਜਰਨਲਿਸਟ ਨੇ ਇੱਕ ਇੰਟਰਵਿਊ, ਇੱਕ ਐਕਸਕਲੂਸਿਵ ਇੰਟਰਵਿਊ ਦੀ ਡਿਮਾਂਡ ਕੀਤੀ ਤੇ ਸਾਹਾ ਨੂੰ ਕਿਹਾ ਕਿ ਮੈਂ ਤੁਹਾਨੂੰ ਫੋਨ ਕਰੂੰਗਾ। ਸਾਹਾ ਨੂੰ ਫੋਨ ਕੀਤਾ, ਸਾਹਾ ਨੇ ਫੋਨ ਨਹੀਂ ਚੱਕਿਆ, WhatsApp ਦੀ ਮਿਸਡ ਕਾਲ ਦਿਖ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਕਈ ਘੰਟੇ ਸਾਹਾ ਨੇ ਉਹਦਾ ਜਵਾਬ ਵੀ ਨਹੀਂ ਦਿੱਤਾ ਤਾਂ ਧਮਕੀ ਮਿਲ ਰਹੀ ਹੈ ਉਸ ਜਰਨਲਿਸਟ ਤੋਂ ਕਿ ਮੈਂ ਤੈਨੂੰ ਕਦੀ ਇੰਟਰਵਿਊ ਨਹੀਂ ਕਰੂੰਗਾ ਤੇ ਮੇਰਾ ਫੋਨ ਨਾ ਚੱਕਣਾ ਤੈਨੂੰ ਮਹਿੰਗਾ ਪਏਗਾ। ਬਹੁਤ ਹੀ ਸ਼ੌਕਿੰਗ ਰੈਵਲੇਸ਼ਨ ਹੈ ਇੱਕ ਇਹੋ ਜਿਹੇ ਸਟਾਰ, ਇੱਕ ਇਹੋ ਜਿਹੇ ਕੰਟਰੀਬਿਊਟਰ ਲਈ ਜਿਹੜਾ ਸ਼ਾਇਦ ਪਰਸਨਲ ਰੀਜ਼ਨਸ ਕਰਕੇ ਆਲਰੇਡੀ ਬਹੁਤ ਸਟ੍ਰੈਸ ਵਿੱਚ ਸੀਗਾ, ਟੀਮ ਤੋਂ ਡ੍ਰੌਪ ਹੋ ਗਿਆ, ਉਹਨੂੰ ਕਿਹਾ ਜਾ ਰਿਹਾ ਤੂੰ ਦੁਬਾਰਾ ਕੰਸੀਡਰ ਨਹੀਂ ਹੋਏਗਾ। ਰਾਂਝੀ ਟਰੋਫੀ ਤੋਂ ਜਿਹੜੀ ਇਸ ਵੇਲੇ ਹੋਣ ਜਾ ਰਹੀ ਹੈ ਉਹ ਤੋਂ ਉਹਨੇ ਪੁੱਲ ਆਊਟ ਕਰ ਲਿਆ ਪਰਸਨਲ ਰੀਜ਼ਨਸ ਦੇ ਕਾਰਨ, ਜੋ ਉਹਨੇ ਹੁਣ ਦੱਸਿਆ ਕਿ ਉਹਨਾਂ ਦੀ ਵਾਈਫ ਡੇਂਗੂ ਤੋਂ ਰਿਕਵਰ ਕਰ ਰਹੀ ਹੈ, 2 ਬੱਚੇ ਹੈ, ਬਹੁਤ ਕੁਝ ਉਹਦੀ ਲਾਈਫ ਚੱਲ ਰਿਹਾ ਤੇ ਉਸ ਤੋਂ ਬਾਅਦ ਫਿਰ ਇੱਕ ਜਰਨਲਿਸਟ ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਵ ਕਰਦਾ ਹੈ। ਵ੍ਰਿਧੀਮਨ ਸਾਹਾ ਹਮੇਸ਼ਾ ਇੱਕ ਕਾਮ ਤੇ ਕਲੈਕਟਡ ਬੰਦਾ ਮੰਨਿਆ ਗਿਆ ਹੈ, ਹੁਣ ਵੀ ਬਹੁਤ ਕਾਮ ਤਰੀਕੇ ਨਾਲ, ਬੜੇ ਅੱਛੇ ਤਰੀਕੇ ਨਾਲ ਡੀਲ ਕਰ ਰਿਹਾ ਹੈ, ਲੇਕਿਨ ਸ਼ੇਅਰ ਜ਼ਰੂਰ ਕੀਤਾ ਉਹਨੇ WhatsApp ਦੇ ਜਿਹੜੀ ਕਨਵਰਸੇਸ਼ਨ ਹੈ ਉਹਨੂੰ ਟਵਿੱਟਰ ਤੇ ਕਿ ਆ ਦੇਖੋ ਮੇਰੇ ਨਾਲ ਕੀ ਹੋ ਰਿਹਾ। ਸਾਰੀ ਕ੍ਰਿਕਟ ਫ੍ਰੈਟਰਨਿਟੀ ਉਹਨਾਂ ਦੇ ਨਾਲ ਖੜੀ ਹੈ, ਵੱਡੇ ਨਾਮ ਹਰਭਜਨ ਸਿੰਘ ਵਰਗਿਆਂ ਨੇ ਵੀ ਟਵੀਟ ਵਿੱਚ ਪੁੱਛਿਆ ਕਿ ਤੁਸੀਂ ਨਾਮ ਦੱਸੋ ਕੌਣ ਹੈ, ਅਸੀਂ ਇਸ ਬੰਦੇ ਨੂੰ ਬॉयਕਾਟ ਕਰਾਂਗੇ। ਬਹੁਤ ਪ੍ਰਗਿਆਨ ਓਜਾ ਨੇ ਪਹਿਲਾਂ ਇਹ ਰੀਟਵੀਟ ਕਰਕੇ ਕਿਹਾ ਸੀਗਾ, ਹਰਭਜਨ ਸਿੰਘ, ਬਹੁਤ ਹੋਰ ਵਰਿੰਦਰ ਸਹਿਵਾਗ ਕਈਆਂ ਨੇ ਕੀਤਾ ਤੇ ਹੁਣ BCCI ਨੇ ਕਿਹਾ ਕਿ ਅਸੀਂ ਪਤਾ ਲਗਾਵਾਂਗੇ ਕਿ ਆ ਜਰਨਲਿਸਟ ਕੌਣ ਹੈ ਤੇ ਜੋ ਐਕਸ਼ਨ ਬਣਦਾ ਉਹ ਲਵਾਂਗੇ। ਮੇਰਾ ਬਾਰ-ਬਾਰ ਸਵਾਲ ਇਹੀ ਹੈ ਕਿ BCCI ਖੁਦ ਤੇ ਅਸੀਂ ਆਪਣੇ ਇੰਨੇ ਵੱਡੇ ਸਟਾਰਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉਹਨੂੰ ਟਰੀਟ ਕਿਵੇਂ ਕਰ ਰਹੇ ਹਾਂ। ਅਸੀਂ ਉਹਨਾਂ ਤੋਂ 100% ਪਰਫਾਰਮੈਂਸ ਡਿਮਾਂਡ ਕਰਦੇ ਹਾਂ, ਲੇਕਿਨ ਉਹਨਾਂ ਦਾ ਟਰੀਟਮੈਂਟ ਅਸੀਂ ਕਿਸ ਤਰ੍ਹਾਂ ਦਾ ਕਰ ਰਹੇ ਹਾਂ। ਆਲਰੇਡੀ ਮੈਂਟਲੀ ਇੰਨਾ ਪ੍ਰੈਸ਼ਰ ਹੈ ਉਹਨਾਂ ਤੇ, ਅਸੀਂ ਉਹਨਾਂ ਨਾਲ ਮੈਂਟਲੀ ਕਿਸ ਤਰ੍ਹਾਂ ਦਾ ਵਰਤਾਵ ਕਰ ਰਹੇ ਹਾਂ, ਇਹ ਸੋਚਣ ਦੀ ਲੋੜ ਹੈ ਤੇ BCCI ਤੋਂ ਅਕਾਊਂਟੇਬਿਲਿਟੀ ਵੀ ਮੰਗਣ ਦੀ ਲੋੜ ਹੈ ਕਿ ਜਿਹੜਾ ਖੇਡ ਹੈ, ਜਿਹੜੀ ਗੇਮ ਹੈ, ਉਹਦੇ ਵਿੱਚ ਪਰਫਾਰਮੈਂਸ ਤੇ ਫਿਟਨੈਸ ਨਹੀਂ ਦੇਖਣੀ ਚਾਹੀਦੀ। ਉਹ ਸਹੀ ਹੋਣ ਦੇ ਬਾਵਜੂਦ ਇਹ ਕਹਿਣਾ ਕਿ ਅਸੀਂ ਯੰਗ ਬੰਦਾ ਅੱਗੇ ਦੇਖ ਰਹੇ ਹਾਂ। ਰਿਸ਼ਭ ਇਜ਼ ਅ ਯੰਗ ਪਲੇਅਰ, ਜੇ ਉਹਦੇ ਨਾਲ ਇੱਕ ਸੀਨੀਅਰ ਸਾਨੂੰ ਮਿਲ ਰਿਹਾ, ਆਈ ਥਿੰਕ ਉਹ ਬੈਸਟ ਕੰਬੀਨੇਸ਼ਨ ਸੀਗਾ। ਉਮੀਦ ਕਰ ਰਹੇ ਹਾਂ ਇਸ ਸਾਰੇ ਕੁਝ ਦਾ ਹੱਲ ਜਲਦੀ ਹੋਏਗਾ ਤੇ ਵ੍ਰਿਧੀਮਨ ਸਾਹਾ ਨਾਲ ਜਸਟਿਸ ਹੋਏਗਾ। ਸਤਿ ਸ਼੍ਰੀ ਅਕਾਲ।